ਸਾਹ ਰੋਕ ਰੋਕ ਕੇ ਸਾਰੀ ਵਾਰਤਾਲਾਪ ਸੁਣ ਕੇ ਵੀ ਅਣਸੁਣੀ ਕਰ ਰਿਹਾ ਸੀ। ਜੁਗਨੂ ਤੇ ਮੰਨੂ ਦਾ ਅਸਲੀ ਚਿਹਰਾ ਅੱਜ ਮੂਹਰੇ ਆਇਆ ਸੀ। ਮੀਰਾ ਨੂੰ ਆਪ ਦੇ ਕਰਕੇ ਜਲਾਲਤ ਦੀਆਂ ਛਮਕਾਂ ਖਾਂਦੀ ਦੇਖ ਕੇ ਚਿਰਾਗ ਖਿੱਲ ਵਾਂਗ ਬੁੱਝ ਗਿਆ ਸੀ। ਉਹ ਮਨੋ ਮਨ ਸੋਚ ਰਿਹਾ ਸੀ ਕਿ ਜੇ ਉਹੀ ਬਿਮਾਰੀ ਨਿਕਲ ਆਈ ਤਾਂ ਸਾਰੀ ਉਮਰ ਹੀ ਮਹਿੰਗੇ ਇਲਾਜ ਕਰਾਉਂਦੇ ਉਹ ਤਾਂ ਸੱਚੀ ਮੁੱਚੀ ਕੰਗਾਲ ਹੋ ਜਾਣਗੇ। ਉੱਤੋਂ ਮੇਰੇ ਨਾਲ ਰਹਿਣ ਦਾ ਡਰ ਤੇ ਸਹਿਮ ਪਤਾ ਨਹੀਂ ਮੇਰੇ ਤੋਂ ਕੀ ਖੋ ਲਵੇਗਾ। ਕਿਤੇ ਅੰਮੀ ਵੀ ਮੈਥੋਂ ਦੂਰ ਤਾਂ ਨਹੀਂ ਹੋ ਜਾਏਗੀ, ਨਾਰਾਜ਼ ਤਾਂ ਨਹੀਂ ਹੋ ਜਾਵੇਗੀ। ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਚਿਰਾਗ ਨੇ ਡਾਕਟਰ ਦੀ ਪਰਚੀ ਤੋਂ ਡਾਕਟਰ ਸੋਪਤੀ ਦਾ ਸੈੱਲ ਨੰਬਰ ਪੜ੍ਹਿਆ ਤੇ ਫੋਨ ਮਿਲਾਇਆ ਤੇ ਬੋਲਿਆ, ਹੈਲੋ ਡਾਕਟਰ ਸਾਹਿਬ, ਮੈਂ ਪੜ੍ਹਿਆ ਲਿਖਿਆ ਗ੍ਰੈਜੂਏਟ ਵਕੀਲ ਹਾਂ। ਮੈਂ ਆਪਦੀ ਹਾਲਤ ਦਾ ਆਪ ਜ਼ਿੰਮੇਦਾਰ ਹਾਂ, ਸੋ ਤੁਸੀਂ ਮੇਰੀ ਰਿਪੋਰਟ ਮੇਰੇ ਤੋਂ ਬਿਨਾਂ ਕਿਸੇ ਨਾਲ ਸਾਂਝੀ ਨਹੀਂ ਕਰਨੀ ਜਦੋਂ ਤੱਕ ਮੈਂ ਨਾ ਕਹਾਂ। ਇਹ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਗੁਜ਼ਾਰਿਸ਼ ਹੈ ਜੀ। ਜਿਵੇਂ ਤੁਹਾਡੀ ਮਰਜ਼ੀ ਚਿਰਾਗ ਜੀ, ਬਸ 2 ਕੁ ਦਿਨਾਂ ਨੂੰ ਰਿਪੋਰਟ ਆ ਜਾਵੇਗੀ, ਤੁਸੀਂ ਫੋਨ ਕਰਕੇ ਆ ਜਾਣਾ, ਡਾਕਟਰ ਸੋਪਤੀ ਬੋਲਿਆ। ਤੀਸਰੇ ਦਿਨ ਸ਼ਾਮ ਨੂੰ 4 ਕੁ ਵਜੇ ਚਿਰਾਗ ਨੇ ਫਿਰ ਡਾਕਟਰ ਸੋਪਤੀ ਨੂੰ ਫੋਨ ਕੀਤਾ ਤੇ ਕਿਹਾ, ਡਾਕਟਰ ਸਾਹਿਬ, ਮੈਂ ਸ਼ਹਿਰੋਂ ਬਾਹਰ ਆਇਆ ਹੋਇਆ ਹਾਂ। ਅਜੇ ਮੈਨੂੰ ਤੁਹਾਡੇ ਕੋਲ ਚੈੱਕਅਪ ਕਰਵਾਉਣ ਲਈ ਹਫ਼ਤਾ ਲੱਗ ਜਾਣਾ। ਕਿ ਤੁਸੀਂ ਦੱਸ ਸਕਦੇ ਹੋ ਕਿ ਰਿਪੋਰਟ ਕਿਵੇਂ ਹੈ? 1 ਹਫ਼ਤਾ? ਤੁਹਾਨੂੰ ਜਲਦੀ ਹੀ ਆ ਕੇ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ। ਮੇਰਾ ਖਦਸ਼ਾ ਸਹੀ ਨਿਕਲਿਆ। ਤੁਸੀਂ ਏਡਸ ਨਾਂ ਦੀ ਭਿਆਨਕ ਬਿਮਾਰੀ ਤੋਂ ਪੀੜਤ ਹੋ, ਪੜ੍ਹੇ ਲਿਖੇ ਹੋ, ਜਿਵੇਂ ਵੀ ਹੋ ਸਮਝ ਵਿਚਾਰ ਕੇ ਵਿਚਰਨਾ ਅਤੇ ਹੋ ਸਕੇ ਤਾਂ ਛੇਤੀ ਵਾਪਸ ਆਓ। ਸੋਪਤੀ ਤਾਂ ਅਜੇ ਬੋਲੀ ਹੀ ਜਾ ਰਹੀ ਸੀ ਕਿ ਚਿਰਾਗ ਨੇ ਤਾਂ ਕਦੋਂ ਦਾ ਫੋਨ ਕੱਟ ਦਿੱਤਾ ਸੀ। ਉਸ ਦਾ ਜਾਣੋ ਸਾਰਾ ਸਰੀਰ ਹੀ ਸੁੰਨ ਹੋ ਗਿਆ ਸੀ। ਜਿਸਮ ਵਿੱਚ ਵੀ ਕੀੜੀਆਂ ਰਿੰਗਣ ਲੱਗ ਪਈਆਂ। ਸਰੀਰ ਮੁੱਠੀ ਵਿੱਚੋਂ ਕਿਰਦੀ ਰੇਤ ਵਾਂਗ ਸੁੱਕਦਾ ਮਹਿਸੂਸ ਹੋਣ ਲੱਗਿਆ। ਇਸ ਬਿਮਾਰੀ ਨਾਲ ਤਾਂ ਸਰੀਰ ਵਿੱਚ ਇਮਿਊਨਿਟੀ ਹੀ ਖਤਮ ਹੋ ਜਾਂਦੀ ਹੈ। ਟੀਬੀ ਵੀ ਕਿੱਥੋਂ ਠੀਕ ਹੋਣੀ ਹੈ? ਤਾਂ ਹੀ ਤਾਂ ਕੋਈ ਦਵਾਈ ਕੰਮ ਨਹੀਂ ਕਰ ਰਹੀ। ਸਰੀਰ ਹਰ ਰੋਜ਼ ਹੱਥ ਖੜੇ ਕਰ ਰਿਹਾ ਹੈ। ਹਾਏ ਰੱਬਾ, ਇਹ ਕੀ ਭਾਣਾ ਵਰਤਿਆ। ਪਿੰਜਰੇ ਵਿੱਚ ਫਸੇ ਪੰਛੀ ਵਾਂਗ ਉਸਨੂੰ ਇਸ ਮੁਸ਼ਕਿਲ ਵਿੱਚੋਂ ਨਿਕਲਣ ਦਾ ਕੋਈ ਰਾਹ ਨਹੀਂ ਦਿਸ ਰਿਹਾ ਸੀ। ਪਹਿਲਾਂ ਪੈਸਾ ਇਸ ਦੀ ਪੜ੍ਹਾਈ ਤੇ ਅਤੇ ਹੁਣ ਬਿਮਾਰੀ ਤੇ ਰੁੜ ਰਿਹਾ ਹੈ। ਇਸ ਤਰ੍ਹਾਂ ਤਾਂ ਕੋਠੀ ਕੰਗਾਲ ਹੋ ਜਾਵੇਗੀ। ਜੁਗਨੂ ਦੇ ਇਹ ਬੋਲ ਯਾਦ ਕਰਦਾ ਉਹ ਸੋਚਾਂ ਵਿੱਚ ਡੁੱਬਿਆ। ਕਦੇ ਮੀਰਾ ਨੂੰ ਹੱਥ ਕਾਸਾਂ ਫੜੀ ਦੇਖਦਾ ਅਤੇ ਕਦੇ ਜੁਗਨੂ ਅਤੇ ਮੰਨੂ ਨੂੰ ਪਾਟੇ ਕੱਪੜੇ ਪਾਈ ਸੜਕਾਂ ਤੇ ਰੁਲਦੇ ਦੇਖਦਾ। ਕਾਲਜ ਦੇ ਦੋਸਤਾਂ ਦੀਆਂ ਮਾਵਾਂ ਵਹਿਣ ਪਾਉਂਦੀਆਂ ਸੁਣਦੀਆਂ, ਚਿਰਾਗ ਦਾ ਸਿਆਪਾ ਕਰਦੀਆਂ ਸੁਣਦੀਆਂ। ਉਹ ਕੰਨਾਂ ਵਿੱਚ ਉਂਗਲੀਆਂ ਦੇ ਕੇ ਡਰਦਾ ਅੱਖਾਂ ਬੰਦ ਕਰ ਲੈਂਦਾ। ਅਗਲੇ ਦਿਨ ਉਸਨੇ ਮਿਲਣ ਆਏ ਉਸਤਾਦ ਕੋੜਾਮਲ ਨੂੰ ਚਿੱਠੀਆਂ ਵਾਲੇ ਲਿਫਾਫੇ ਮੰਗਾਉਂਦਿਆਂ ਕਿਹਾ, ਉਸਤਾਦ ਜੀ, ਯਾਰ ਬੇਲੀ ਬੜੇ ਯਾਦ ਆਉਂਦੇ ਨੇ, ਖੱਤ ਲਿਖਣ ਨੂੰ ਜੀ ਕਰਦਾ ਮੇਰਾ। ਉਸਤਾਦ ਕੋੜੇਮਲ ਵੀ ਅੱਧੇ ਬੋਲ ਤੇ ਮੰਗ ਪੁਗਾਉਂਦਾ ਡਾਕਖਾਨੇ ਤੋਂ ਝੱਟ ਹੀ ਚਿੱਠੀਆਂ ਵਾਲੇ ਅੰਤਰਦੇਸ਼ੀ ਲਿਫਾਫੇ ਖਰੀਦ ਲਿਆਇਆ। ਸਾਰੀ ਰਾਤ ਉਸਨੇ ਕਮਰੇ ਦਾ ਕੁੰਡਾ ਲਾ ਕੇ ਦੋਸਤ ਮਿੱਤਰਾਂ ਨੂੰ ਆਪ ਦੀ ਬਿਮਾਰੀ ਬਾਰੇ ਇਤਲਾਹ ਦਿੱਤੀ ਅਤੇ ਆਪ ਦਾ ਖਿਆਲ ਰੱਖਣ ਤੇ ਟੈਸਟ ਕਰਾਉਣ ਦੀ ਤਜਵੀਜ਼ ਦਿੱਤੀ। ਇੱਕ ਖੱਤ ਉਸਨੇ ਅੰਮੀ ਮੀਰਾ ਦੇ ਨਾਂ ਦਾ ਲਿਖ ਕੇ ਸਿਰਹਾਣੇ ਥੱਲੇ ਰੱਖ ਲਿਆ। ਸਵੇਰੇ ਹਨੇਰੇ ਮੰਦਿਰ ਦੀਆਂ ਘੰਟੀਆਂ ਸੁਣਨਸਾਰ ਪੋਲੇ ਪੱਬੀ ਸਾਰੀ ਕੋਠੀ ਦੀ ਪਰਿਕਰਮਾ ਕੀਤੀ। ਦਿਨ ਚੜ੍ਹਨ ਸਾਰ ਹੀ ਆ ਕੇ ਲਾਲੀ ਨੇ ਚੁੱਲ੍ਹਾ ਤਪਾਇਆ ਤੇ ਚਾਹ ਪਾਣੀ ਕੀਤਾ। ਲਾਲੀ ਨੂੰ ਰੋਜ਼ ਦੀ ਤਰ੍ਹਾਂ ਛੱਡਣ ਆਏ ਕੋੜੇਮਲ ਨੂੰ ਬੰਦ ਚਿੱਠੀਆਂ ਵਾਲੇ ਲਿਫਾਫੇ ਡਾਕਖਾਨੇ ਵਿੱਚ ਪਾਉਣ ਲਈ ਫੜਾਉਂਦਾ ਚਿਰਾਗ ਸ਼ੁਕਰਾਨੇ ਭਰੀਆਂ ਨਜ਼ਰਾਂ ਨਾਲ ਤੱਕ ਰਿਹਾ ਸੀ। ਲਿਆ ਪੁੱਤਰਾ, ਹੁਣੇ ਜਾਂਦਾ ਹੀ ਪਾ ਜਾਨਾ ਵਾਂ, ਉਸਤਾਦ ਕੋੜੇਮਲ ਚਿੱਠੀਆਂ ਫੜਦਾ ਬੋਲਿਆ। ਦਿਨ ਚੜ੍ਹ ਚੁੱਕਿਆ ਸੀ। ਧੁੱਪ ਬਨੇਰਿਆਂ ਤੋਂ ਵਿਹੜੇ ਵਿੱਚ ਉਤਰ ਆਈ ਸੀ। ਚਿਰਾਗ ਨੇ ਨਾਸ਼ਤੇ ਤੋਂ ਬਾਅਦ ਦਵਾਈ ਲੈ ਕੇ ਸੌਣ ਦੀ ਇੱਛਾ ਪ੍ਰਗਟਾਈ ਅਤੇ ਅੰਦਰੋਂ ਕੁੰਡਾ ਬੰਦ ਕਰਦਾ ਬੋਲਿਆ, ਗੁਨਾਹੋਂ ਨੇ ਮੇਰੀ ਕਮਰ ਤੋੜ ਡਾਲੀ, ਮੇਰਾ ਹਸ਼ਰ ਕਿਆ ਹੋਗਾ ਦੀਨੇ ਇਲਾਹੀ। ਜੁਗਨੂ, ਕੋੜੇਮਲ ਤੇ ਮੰਨੂ ਦਲਾਨ ਵਿੱਚ ਬੈਠੇ 11 ਵਜੇ ਵਾਲੀ ਚਾਹ ਪੀ ਰਹੇ ਸਨ। ਡਾਕੀ ਨੇ ਸਾਈਕਲ ਦੀ ਘੰਟੀ ਮਾਰੀ ਅਤੇ 2 ਚਿੱਠੀਆਂ ਦੇ ਲਿਫਾਫੇ ਜੁਗਨੂ ਨੂੰ ਫੜਾਏ। ਮੀਰਾ ਨੇ ਖੁਸ਼ੀ ਮਾਰੇ ਭੱਜ ਕੇ ਜੁਗਨੂ ਦੇ ਹੱਥੋਂ ਲਿਫਾਫੇ ਫੜਦਿਆਂ ਕਿਹਾ, ਇਹੋ ਜਿਹਾ ਲਿਫਾਫਾ ਤਾਂ ਚਿਰਾਗ ਦੇ ਕਾਲਜੋਂ ਆਉਂਦਾ ਹੁੰਦਾ, ਲੱਗਦਾ ਉਸਦਾ ਨਤੀਜਾ ਆ ਗਿਆ। ਬੜੀ ਉਤਸੁਕਤਾ ਉਹ ਚਿੱਠੀਆਂ ਲੈ ਕੇ ਚਿਰਾਗ ਦੇ ਕਮਰੇ ਵੱਲ ਗਈ। ਦਰਵਾਜ਼ਾ ਅੰਦਰੋਂ ਬੰਦ ਦੇਖ ਕੇ ਉਸਨੇ ਆਵਾਜ਼ ਮਾਰੀ ਅਤੇ ਜ਼ੋਰ ਦੇਣੇ ਬੂਹਾ ਖੜਕਾਇਆ, ਪਰ ਅੰਦਰੋਂ ਕੋਈ ਆਵਾਜ਼ ਨਾ ਆਈ। ਘਬਰਾ ਕੇ ਕੋੜੇਮਲ ਤੇ ਜੁਗਨੂ ਵੀ ਦਰਵਾਜ਼ਾ ਭੰਨਣ ਲੱਗੇ। ਮੀਰਾ ਬੁਰੀ ਤਰ੍ਹਾਂ ਘਬਰਾ ਚੁੱਕੀ ਸੀ। ਚਿਰਾਗ, ਕੁੰਡਾ ਖੋਲ, ਚਿਰਾਗ! ਚੀਕ ਚਹਾੜਾ ਸੁਣ ਕੇ ਸਾਰਾ ਆਂਢ ਗੁਆਂਢ ਵੀ ਪਲਾਂ ਵਿੱਚ ਇਕੱਠਾ ਹੋ ਗਿਆ। ਕੋਈ ਭੱਜ ਕੇ ਘਰੋਂ ਸੱਬਲ ਚੁੱਕ ਲਿਆਇਆ। ਦਰਵਾਜ਼ੇ ਦੀ ਚਕਾਠ ਹੀ ਭੰਨ ਦਿੱਤੀ। ਬੂਹਾ ਖੁੱਲ੍ਹਦਿਆਂ ਹੀ ਲੋਕਾਂ ਦਾ ਹੜ ਕਮਰੇ ਵਿੱਚ ਦਾਖਲ ਹੋਇਆ।
ਤਾਂ ਚਿਰਾਗ ਐਲ ਪਿਆ ਸੀ। ਮੂੰਹ ਵਿੱਚੋਂ ਝੱਗ ਨਿਕਲ ਕੇ ਕੰਨਾਂ ਤੱਕ ਆਈ ਪਈ ਸੀ। ਸਰੀਰ ਨੀਲਾ ਹੋਇਆ ਆਕੜਿਆ ਪਿਆ ਸੀ। ਖੁਦਕੁਸ਼ੀ ਲੱਗਦੀ ਹੈ, ਇੱਕ ਸਿਆਣੀ ਜਿਹੀ ਉਮਰ ਦਾ ਆਦਮੀ ਬੋਲਿਆ ਸੀ। ਕਿਉਂ ਖੁਦਕੁਸ਼ੀ ਕਰਨੀ ਸੀ? ਕੋਈ ਗੱਲ ਤਾਂ ਹੋਈ ਨਹੀਂ, ਕੀ ਵਜ੍ਹਾ ਹੋਈ? ਕਹਿੰਦੀ ਚੀਕਦੀ ਮੀਰਾ ਚਿਰਾਗ ਦੀ ਲਾਸ਼ ਨੂੰ ਚਿੰਬੜ ਰਹੀ ਸੀ। ਲੋਕ ਉਸ ਨੂੰ ਖਿੱਚ ਕੇ ਪਰਾਂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਫਰਸ਼ ਤੇ ਡਿੱਗੀਆਂ ਦੋਨੋਂ ਚਿੱਠੀਆਂ ਇੱਕ ਅੱਧਖੜ ਉਮਰ ਦਾ ਗੁਆਂਢੀ ਪੜ੍ਹ ਰਿਹਾ ਸੀ। ਪਹਿਲੀ ਸੀ ਕਿ ਚਿਰਾਗ ਨੇ ਵਕਾਲਤ ਦੀ ਪੜ੍ਹਾਈ ਦੂਜੇ ਦਰਜੇ ਵਿੱਚ ਪਾਸ ਕਰ ਲਈ ਹੈ, ਅਤੇ ਦੂਜੀ ਚਿੱਠੀ ਵਿੱਚ ਲਾਲ ਅੱਖਰਾਂ ਵਿੱਚ ਲਿਖਿਆ ਸੀ ਕਿ ਚਿਰਾਗ ਏਡਸ ਤੋਂ ਬੁਰੀ ਤਰ੍ਹਾਂ ਪੀੜਤ ਹੈ। ਇੱਕ ਹੱਥ ਵਿੱਚ ਖਾਕੀ ਤੇ ਇੱਕ ਵਿੱਚ ਚਿੱਟਾ ਲਿਫਾਫਾ ਉਸਤਾਦ ਕੋੜੇਮਲ ਦੇ ਸਪੁਰਦ ਕਰਦਾ ਉਸ ਸੱਥਰ ਤੇ ਜਾ ਬੈਠਿਆ। ਉਸ ਤੇ ਹੰਝੂ ਕਿਸੇ ਅਥਰੀ ਨਦੀ ਵਾਂਗ ਵਹਿ ਰਹੇ ਸਨ। ਚਿਰਾਗ ਨੂੰ ਪਲਦਿਆਂ ਤਾਂ ਉਹ ਕਿੰਨੇ ਵਰ੍ਹਿਆਂ ਤੋਂ ਦੇਖ ਰਿਹਾ ਸੀ, ਪਰ ਖਤਮ ਹੋਣ ਨੂੰ ਮਿੰਟ ਹੀ ਲੱਗੇ। ਕੁਝ ਚਿਰ ਵਿੱਚ ਹੀ ਸਾਰੀ ਗੋਰੀ ਕੋਠੀ ਮਾਤਮ ਮਨਾਉਣ ਆਏ ਲੋਕਾਂ ਨਾਲ ਭਰ ਗਈ। ਲਾਸ਼ ਨੂੰ ਮੰਜੇ ਤੋਂ ਲਾ ਕੇ ਫਰਸ਼ ਤੇ ਰੱਖਣ ਲਈ ਜਿਉਂ ਹੀ ਬਿਸਤਰ ਚੱਕਿਆ ਤਾਂ ਇੱਕ ਖੱਤ ਜੋ ਕਿ ਮੀਰਾ ਦੇ ਨਾਮ ਸੀ ਧਰਤੀ ਉੱਤੇ ਡਿੱਗ ਪਿਆ। ਕੰਬਦੀ ਆਵਾਜ਼ ਵਿੱਚ ਇੱਕ ਮਰਦ ਨੇ ਪੜ੍ਹਨਾ ਸ਼ੁਰੂ ਕੀਤਾ। ਪਿਆਰੀ ਅੰਮੀ, ਮੁਆਫ ਕਰੀ, ਮੈਂ ਤੇਰੀ ਉਮੀਦ ਤੇ ਪੂਰਾ ਨਹੀਂ ਉਤਰ ਸਕਿਆ। ਤੇਰਾ ਚਿਰਾਗ ਬਹੁਤ ਕਮਜ਼ੋਰ ਸੀ ਜਾਂ ਜਹਾਨ ਬੜਾ ਜ਼ਾਲਮ ਸੀ। ਲੋਕਾਂ ਵਿੱਚ ਰਚਦਾ ਮਿਚਦਾ ਮੈਂ ਆਪ ਹੀ ਮਿੱਟੀ ਹੋ ਗਿਆ। ਤੇਰੇ ਸਾਰੇ ਸੁਪਨੇ ਮੈਂ ਹਨੇਰੀਆਂ ਗਲੀਆਂ ਵਿੱਚ ਦਫਨ ਕਰ ਦਿੱਤੇ। ਹੁਣ ਜ਼ਮੀਰ ਦਾ ਜ਼ਹਿਰ ਸੁਕਰਾਤ ਦੇ ਪਿਆਲੇ ਨਾਲੋਂ ਵੀ ਜ਼ਹਿਰੀ ਲੱਗਦਾ ਏ। ਮੈਂ ਬੇਬਸ ਹਾਂ, ਸ਼ਰਮਿੰਦਾ ਹਾਂ। ਇਸ ਦੁਨੀਆ ਵਿੱਚ ਮੇਰਾ ਦਮ ਘੁੱਟਦਾ ਹੈ। ਅਲਵਿਦਾ ਪਿਆਰੀ ਅੰਮੀ, ਤੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਮਾਂ ਹੈ ਜੋ ਬਿਨਾਂ ਜਨਮ ਦਿੱਤਿਆਂ ਹੀ ਰੱਬ ਵਰਗੀ ਮਾਂ ਬਣ ਕੇ ਰਹੀ। ਮੈਂ ਹਰ ਜਨਮ ਤੇਰੀ ਕੁੱਖੋਂ ਜਨਮਾਂ, ਇਹੀ ਮੇਰੀ ਆਖਰੀ ਤੇ ਸਦੀਵੀ ਤਮੰਨਾ ਹੈ। ਹਾੜਾ, ਇੱਕ ਅਹਿਸਾਨ ਹੋਰ ਕਰੀ, ਰੋਵੀ ਨਾ। ਮੈਂ ਤਾਂ ਇਸ ਮਿੱਟੀ ਦੇ ਬੁੱਤ ਤੋਂ ਨਿਜਾਤ ਪਾ ਕੇ ਚੱਲਿਆ ਹਾਂ। ਤੂੰ ਜਸ਼ਨ ਮਨਾਵੀਂ, ਆਪਾਂ ਫਿਰ ਮਿਲਾਂਗੇ। ਤੇਰਾ ਆਪ ਦਾ ਚਿਰਾਗ। ਮੀਰਾ ਦੇ ਸੁਣ ਕੇ ਦੰਦਲ ਪੈ ਗਈ। ਕੋਈ ਚਮਚੇ ਨਾਲ ਦੰਦਲ ਖੋਲਦਾ, ਕੋਈ ਮੂੰਹ ਵਿੱਚ ਪਾਣੀ ਪਾਉਂਦਾ। ਹਾਲੋਂ ਬੇਹਾਲ ਹੋਈ ਫੜ ਕੇ ਰੱਖਣੀ ਪੈ ਰਹੀ ਸੀ। ਦਵਾਈ ਬੂਟੀ ਨਾਲ ਕੁਝ ਕੁ ਘੰਟੇ ਟਿਕਦੀ ਅਤੇ ਫਿਰ ਭੱਜ ਬਰਫ਼ ਦੀ ਸਿਲ ਤੇ ਪਏ ਚਿਰਾਗ ਦੀ ਲਾਸ਼ ਨੂੰ ਚਿੰਬੜ ਜਾਂਦੀ। ਅਗਲੇ ਦਿਨ ਸਵੇਰ ਤੱਕ ਮੀਰਾ ਦੀ ਇੱਛਾ ਅਨੁਸਾਰ ਕਫਨ, ਕਬਰ ਅਤੇ ਚੌਂ ਧਰਮਾਂ ਤੋਂ ਅੰਮ੍ਰਿਤ ਜਲ ਦਾ ਇੰਤਜ਼ਾਮ ਕਰਕੇ ਉਸ ਦਾ ਜਨਾਜ਼ਾ ਚੱਕ ਤੁਰੇ। ਉਸ ਦੀ ਮਈਅਤ ਵਿੱਚ ਸ਼ਹਿਰ ਦੇ ਨਾਮੀ ਲੋਕ ਪਹੁੰਚੇ। ਮੀਰਾ ਦੇ ਵਹਿਣ ਅੰਬਰ ਪਾੜਵੀਂ ਧਾ ਮਾਰ ਰਹੇ ਸਨ। ਵੇ ਪੁੱਤ, ਤੈਨੂੰ ਘੁੰਗਰੂਆਂ ਦਾ ਸ਼ਰਾਪ ਮਾਰ ਗਿਆ ਵੇ। ਸਾਡੀ ਪਛਾਣ ਤਾਂ ਘੁੰਗਰੂ ਹੀ ਹੁੰਦੇ ਨੇ ਰਾਜਿਆ। ਮੈਂ ਕਮਲੀ ਨੇ ਐਵੇਂ ਤੈਨੂੰ ਤਪਦੇ ਮਾਰੂਥਲ ਵਿੱਚ ਸੜਨ ਲਈ ਛੱਡਤਾ ਸੀ ਵੇ ਮੇਰੇ ਲੱਡੂਆ। ਮੈਨੂੰ ਮੁਆਫ ਕਰ ਦੇ ਵੇ ਜਾਂਦਾ। ਕਦੇ ਲੋਕਾਂ ਵੱਲ ਦੋਹੇ ਬਾਹਾਂ ਅੱਡਦੀ ਮੀਰਾ ਕਹਿੰਦੀ, ਵੇ ਲੋਕੋਂ, ਮੈਂ ਕਿਹਦੀ ਸੁੱਖ ਨਹੀਂ ਮੰਗੀ ਸੀ ਵੇ। ਮੇਰਾ ਇੱਕੋ ਇੱਕ ਵੀ ਨਾ ਰਿਹਾ ਪਾਪਣ ਦਾ। ਕੀ ਮਾੜਾ ਕਰਤਾ ਸੀ ਮੈਂ। ਪੱਟਾਂ ਨੂੰ ਕੁੱਟ ਕੇ ਹੱਫ ਟੁੱਟ ਜਾਂਦੀ ਤਾਂ ਦੰਦਲ ਪੈ ਜਾਂਦੀ। ਕਬਰਸਤਾਨ ਵਿੱਚੋਂ ਉਸ ਨੂੰ ਚੱਕ ਕੇ ਗੋਰੀ ਕੋਠੀ ਲਿਆਂਦਾ ਗਿਆ। ਕੋੜੇਮਲ ਤੇ ਲਾਲੀ ਵੀ ਪਿੱਟ ਕੇ ਖਪੇ ਪਏ ਸਨ। ਮਾਤਮ ਲਈ ਸਾਰੀ ਬਿਰਾਦਰੀ ਤੇ ਡੇਰਿਆਂ ਨੂੰ ਚਿੱਠੀਆਂ ਪਾਈਆਂ ਗਈਆਂ। 1.25 ਮਹੀਨੇ ਦਾ ਮਾਤਮ ਗੋਰੀ ਕੋਠੀ ਦੇ ਪੱਲੇ ਪੈ ਗਿਆ ਸੀ। ਅੰਜੂ ਪੂਰਾ ਮਹੀਨਾ ਮਾਤਮ ਦੇ ਮਾਹੌਲ ਵਿੱਚ ਸ਼ਰੀਕ ਹੋਣ ਲਈ ਰਹੀ। ਕੋਠੀ ਦੇ ਹਰ ਖੁੰਝੇ ਵਿੱਚ ਚਿਰਾਗ ਦੀਆਂ ਅਣਗਿਣਤ ਯਾਦਾਂ ਸਮਾਈਆਂ ਹੋਈਆਂ ਸਨ। ਕਹਿਰਾਂ ਭਰੀ ਮੌਤ ਸੀ। ਮੀਰਾ ਪੂਰੀ ਤਰ੍ਹਾਂ ਅੰਦਰੋਂ ਟੁੱਟ ਗਈ ਸੀ। ਆਖਰੀ ਦਿਨ ਮਹਾਭੋਜ ਤੋਂ ਬਾਅਦ ਸਾਰੇ ਮਹੰਤ ਤੇ ਖੁਸਰੇ ਆਪੋ ਆਪਣੇ ਡੇਰਿਆਂ ਵਿੱਚ ਪਰਤਣ ਲਈ ਤਿਆਰ ਸਨ ਤਾਂ ਮੀਰਾ ਬੋਲੀ, ਇਹ ਸਮਾਜ ਤਾਂ ਸਾਨੂੰ ਖਿਡੌਣੇ ਹੀ ਸਮਝਦਾ। ਅਹੁਦੇ, ਰੁਤਬੇ, ਸ਼ੋਹਰਤਾਂ ਸਾਡੇ ਹਿੱਸੇ ਨਹੀਂ ਆ ਸਕਦੀਆਂ। ਹਾੜਾ, ਇਹਨਾਂ ਪਿੱਛੇ ਨਾ ਭੱਜਿਓ ਕੋਈ, ਕਹਿੰਦੀ ਉਹ ਬੁੱਕੋ ਬੁੱਕ ਰੋਣ ਲੱਗੀ। ਪਰ ਅੰਜੂ ਪੂਰੇ ਜਾਹੋ ਜਲਾਲ ਨਾਲ ਇਹ ਯੁੱਧ ਲੜਨ ਲਈ ਮਨ ਦੀ ਭੂਮੀ ਤਿਆਰ ਕਰ ਰਹੀ ਸੀ ਤੇ ਉਹ ਲਾਲ ਪੀਲੀ ਹੁੰਦੀ ਬੋਲੀ, ਇੱਕ ਦਿਨ ਜ਼ਰੂਰ ਆਵੇਗਾ ਜਿਸ ਦਿਨ ਅਸੀਂ ਇਤਿਹਾਸ ਰਚਾਂਗੇ। ਸਾਡੀ ਆਪਣੀ ਮਾਣ ਮਰਿਆਦਾ ਤੇ ਪਹਿਚਾਣ ਹੋਵੇਗੀ। ਵੋਟ ਪਾਉਣ ਦਾ ਹੱਕ ਵੀ ਲੜ ਕੇ ਹੀ ਮਿਲਿਆ। ਹੁਣ ਹਰ ਤਰ੍ਹਾਂ ਦੀ ਬਰਾਬਰੀ ਸਾਡਾ ਜਨਮ ਸਿੱਧ ਅਧਿਕਾਰ ਹੈ। ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ, ਸੋ ਤਗੜੇ ਹੋ ਕੇ ਰਵੋ। ਪਰ ਉਸ ਦੀ ਕੋਈ ਵੀ ਗੱਲ ਸੁਣਨ ਨੂੰ ਕੋਈ ਵੀ ਤਿਆਰ ਨਹੀਂ ਸੀ। ਜਾਣੋ ਉਹ ਸਿਰ ਫਿਰੀ ਬੇਤੁਕੀਆਂ ਗੱਲਾਂ ਕਰ ਰਹੀ ਹੋਵੇ। ਪਤਾ ਨਹੀਂ ਕਿਹੜੇ ਸਤਯੁਗ ਦੀਆਂ ਗੱਲਾਂ ਕਰ ਰਹੀ ਹੈ। ਇੱਥੇ ਤਾਂ ਦੇਵੀ ਦੇਵਤਿਆਂ ਵੇਲੇ ਵੀ ਸਾਥੋਂ ਗੋਲਾ ਧੰਦਾ ਹੀ ਕਰਾਇਆ ਗਿਆ। ਇੱਕ ਮਰਦ ਖੁਸਰਾ ਨਹੋਰਾ ਕਰਦਾ ਬੋਲਿਆ, ਸਮਾਂ ਬਦਲੇਗਾ, ਧੀਰਜ ਰੱਖੋ, ਬੜੀ ਜਾਗ੍ਰਿਤੀ ਆ ਗਈ ਹੈ। ਬਾਹਰਲੇ ਦੇਸ਼ਾਂ ਵਿੱਚ ਹੁਣ ਕੋਈ ਫਰਕ ਨਹੀਂ ਰਿਹਾ, ਇੱਥੇ ਵੀ ਨਹੀਂ ਰਹੇਗਾ।
ਤੁਸੀਂ ਸਾਰੇ ਮੇਰਾ ਸਾਥ ਦਿਓ, ਮੈਂ ਸਾਰੇ ਹਿੰਦੁਸਤਾਨ ਦੇ ਖੁਸਰਿਆਂ ਦੀ ਆਵਾਜ਼ ਬਣਾਂਗੀ। ਅੰਜੂ ਰੋਹ 'ਚ ਆਈ ਬੋਲੀ। ਜਦ ਇਹ ਪਲਟਾ ਆਊ ਲਾਡੋ, ਉਦੋਂ ਤੱਕ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋ। ਗੱਲ ਤਾਂ ਹੁਣ ਦੀ ਹੈ, ਮੰਨੂ ਬੋਲੀ। ਹੌਲੀ ਹੌਲੀ ਸਭ ਨਿਖੜਨੇ ਸ਼ੁਰੂ ਹੋ ਗਏ। ਗੋਰੀ ਕੋਠੀ ਆਥਣ ਤੀਕ ਸਾਂ ਕਰਨ ਲੱਗ ਗਈ। ਕੰਧਾਂ ਕੋਲੇ ਵੀ ਉਦਾਸ ਸਨ। ਉਸਤਾਦ ਕੋੜੇਮਲ ਤੇ ਲਾਲੀ ਆਪਦਾ ਘਰ-ਬਾਰ ਛੱਡ ਕੇ ਕਈ ਦਿਨ ਗੋਰੀ ਕੋਠੀ ਰਹੇ ਸਨ। ਸਿਆਣੇ ਕਹਿੰਦੇ ਹੁੰਦੇ ਨੇ ਕਿ ਸਮਾਂ ਬੜਾ ਬਲਵਾਨ ਹੁੰਦਾ ਹੈ, ਵੱਡੇ ਤੋਂ ਵੱਡੇ ਜ਼ਖਮ ਨੂੰ ਭਰ ਦਿੰਦਾ ਹੈ। ਪਰ ਮੀਰਾ ਦੀ ਹਾਲਤ ਤਾਂ ਦਿਨੋਂ ਦਿਨ ਨਿੱਘੜਦੀ ਜਾ ਰਹੀ ਸੀ। ਮਾੜਾ ਮੋਟਾ ਖਾ ਪੀ ਕੇ ਅੰਦਰ ਪਈ ਰੋਂਦੀ ਰਹਿੰਦੀ। ਕੋਈ ਵੀ ਹੌਸਲਾ ਉਸ ਦੀ ਰੂਹ ਨੂੰ ਸਕੂਨ ਨਾ ਦਿੰਦਾ। ਕਿਤੋਂ ਵਧਾਈ ਦੇ ਪ੍ਰੋਗਰਾਮ ਦਾ ਸੱਦਾ ਆਉਂਦਾ ਤਾਂ ਉੱਪਰਲੇ ਮਨੋਂ ਮੰਨੂ ਤੇ ਜੁਗਨੂ ਨੂੰ ਭੇਜ ਦਿੰਦੀ। ਕੱਲੀ ਅੰਦਰ ਪਈ ਚਿਰਾਗ ਨੂੰ ਢਿੱਡੋਂ ਜਾਏ ਪੁੱਤ ਵਾਂਗ ਰੋਂਦੀ। ਸ਼ਾਇਦ ਗੁਨਾਹ ਦਾ ਅਹਿਸਾਸ ਉਸ ਦੇ ਅੰਦਰ ਘਰ ਕਰ ਗਿਆ ਸੀ, ਜੋ ਉਸ ਨੂੰ ਦਿਨ ਰਾਤ ਟਿਕਣ ਨਾ ਦਿੰਦਾ। ਉਹ ਸੋਚਦੀ ਕਿ ਮੈਂ ਜ਼ਬਰਦਸਤੀ ਉਸ ਨੂੰ ਦੁਨੀਆ ਦੇ ਖਾੜੇ ਵਿੱਚ ਵਜੂਦ ਵਾਸਤੇ ਲੜਨ ਲਈ ਭੇਜਿਆ। ਐਵੇਂ ਸਦੀਆਂ ਤੋਂ ਸਿਆਣੇ ਖੁਸਰੇ ਕਮਲੇ ਤਾਂ ਨਹੀਂ, ਜੋ ਪੁਸ਼ਤਾਂ ਤੋਂ ਹੀ ਡੇਰਿਆਂ ਦੀ ਚਾਰ ਦੀਵਾਰੀ ਵਿੱਚ ਹਿਜੜਿਆਂ ਨੂੰ ਪਾਲਦੇ ਪਲੋਸਦੇ ਨੇ। ਲੋਕਾਂ ਦੇ ਨਸ਼ਤਰਾਂ ਵਰਗੇ ਬੋਲਾਂ ਤੋਂ ਬਚਾਉਣ ਲਈ ਇਹਨਾਂ ਨੂੰ ਨਖਰੇ, ਨੋਰੇ, ਅੜੀ ਕਰਨੀ ਸਿਖਾਉਂਦੇ ਹਨ ਅਤੇ ਆਪ ਦੇ ਕਿੱਤੇ ਵਿੱਚ ਹੀ ਕਮਾਈ ਕਰਨ ਦੀ ਖੁੱਲ੍ਹ ਦਿੰਦੇ ਹਨ। ਪੈਰੀ ਘੁੰਗਰੂ ਪਾ ਕੇ ਢਿੱਡ ਪਾਲਦੇ ਹਨ। ਮੈਂ ਕਮਲੀ ਪਤਾ ਨਹੀਂ ਕਿਹੜੀ ਦੁਨੀਆ ਦੇ ਸੁਪਨਿਆਂ 'ਚ ਚਿਰਾਗ ਨੂੰ ਧੱਕ ਬੈਠੀ। ਮੇਰੇ ਵਿਚਲੀ ਮੁਹੱਬਤ ਤੇ ਰੁਤਬੇ ਦੀ ਭੁੱਖ ਤੇ ਤਮਾ ਨੇ ਮੇਰੇ ਚਿਰਾਗ ਨੂੰ ਨਿਗਲ ਲਿਆ। ਗੁਨਾਹ ਦਾ ਅਹਿਸਾਸ ਉਸ ਅੰਦਰ ਨਸੂਰ ਬਣ ਕੇ ਪਲਣ ਲੱਗਿਆ। ਅਜਿਹੀ ਹਾਲਤ ਵਿੱਚ ਉਹ ਬੈਠੀ ਬੈਠੀ ਕੱਲੀ ਹੀ ਹੱਸ ਪੈਂਦੀ, ਰੋ ਪੈਂਦੀ ਜਾਂ ਫਿਰ ਉੱਚੀ ਉੱਚੀ ਬੋਲਣ ਲੱਗ ਪੈਂਦੀ। ਗਾਉਣਾ ਨੱਚਣਾ ਤਾਂ ਦੂਰ ਦੀ ਗੱਲ ਸੀ, ਹੁਣ ਤਾਂ ਉਸਨੂੰ ਖਾਣ ਪੀਣ, ਨਹਾਉਣ ਧੋਣ ਦੀ ਸੁੱਧ ਬੁੱਧ ਵੀ ਨਾ ਰਹੀ ਸੀ। ਕਦੇ ਕਦੇ ਨੀਮ ਪਾਗਲਾਂ ਦੀ ਹਾਲਤ ਵਿੱਚ ਉਹ ਘਰੋਂ ਘੁੰਗਰੂ ਚੱਕ ਕੇ ਬਾਜ਼ਾਰ ਦੇ ਚਰਸਤੇ ਵਿੱਚ ਆ ਖੜਦੀ। ਹਰ ਲੰਘਦੇ ਸ਼ਖਸ ਨੂੰ ਘੂਰ ਵੇਖਦੀ। ਜੇ ਕਿਸੇ ਦਾ ਮੜੰਗਾ ਚਿਰਾਗ ਵਰਗਾ ਲੱਗਦਾ ਤਾਂ ਉਸਨੂੰ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਪੁਕਾਰਦੀ, ਵੇ ਚਿਰਾਗ, ਆ ਫੜ ਘੁੰਗਰੂ ਪਾ ਲੈ ਮੇਰੀ ਜਾਨ। ਰੁੱਸ ਜਾਣਗੇ ਬੱਲਿਆ, ਇਹ ਆਪਣੀ ਪਹਿਚਾਣ ਨੇ, ਸ਼ਨਾਖਤ ਨੇ ਸੋਹਣਿਆ। ਅਸੀਂ ਨਹੀਂ ਲੈਣੀ ਕੁਰਸੀ, ਅਸੀਂ ਨਹੀਂ ਬਣਨਾ ਜੱਜ। ਮੇਰਾ ਪੁੱਤ ਤਾਂ ਸੋਹਣਾ ਨਚਾਰ ਏ, ਆ ਦੇਖ ਘੁੰਗਰੂ ਤੇਰੇ ਹਾਕਾਂ ਮਾਰ ਰਹੇ ਨੇ। ਆ ਲੋਕਾਂ ਦੀ ਖੈਰ ਮੰਗ ਮੇਰੇ ਸੋਹਣਿਆ। ਬੋਲਦੀ ਬੋਲਦੀ ਉਹ ਉੱਚੀ ਉੱਚੀ ਰੋਣ ਲੱਗਦੀ। ਕੋਲੋਂ ਦੀ ਲੰਘਣ ਵਾਲੇ ਰਾਹਗੀਰ ਤਰਸ ਕਰਦੇ ਉਸਨੂੰ ਗੋਰੀ ਕੋਠੀ ਛੱਡ ਆਉਂਦੇ। ਇੱਕ ਦਿਨ ਇਸੇ ਤਰ੍ਹਾਂ ਖੁੱਲ੍ਹੇ ਵਾਲ ਤੇ ਨੰਗੇ ਪੈਰੀ ਘੁੰਗਰੂ ਹੱਥਾਂ ਨਾਲ ਛਣਕਾਉਂਦੀ ਉਹ ਗਲੀ ਦੇ ਮੋੜ ਤੇ ਜਾ ਕੇ ਚਿਰਾਗ ਨੂੰ ਆਵਾਜ਼ਾਂ ਮਾਰਨ ਲੱਗੀ। ਸਕੂਟਰ ਤੇ ਜਾਂਦੇ ਮੰਗਤ ਰਾਮ ਦੀ ਅਚਾਨਕ ਨਜ਼ਰ ਮੀਰਾ ਤੇ ਗਈ ਤਾਂ ਉਸ ਦਾ ਤਾਹ ਨਿਕਲ ਗਿਆ। ਸਕੂਟਰ ਸੜਕ ਦੇ ਕਿਨਾਰੇ ਲਾ ਕੇ ਉਹ ਮੀਰਾ ਦੀ ਬਾਂਹ ਫੜ ਕੇ ਪੁੱਛਣ ਲੱਗਿਆ, ਮੀਰਾ ਤੂੰ ਇੱਥੇ ਕੀ ਕਰਦੀ ਏ? ਤੇਰਾ ਆਹ ਹਾਲ ਕਿਹਨੇ ਕੀਤਾ? ਉਹ ਦੇਖ ਸੇਠਾ, ਮੇਰਾ ਜਵਾਨ ਪੁੱਤ ਕਬਰਸਤਾਨ ਵਿੱਚ ਜਾ ਕੇ ਸੌਂ ਗਿਆ। ਮੇਰੀ ਇੱਕ ਗੱਲ ਨਹੀਂ ਸੁਣਦਾ, ਤੂੰ ਹੀ ਬੁਲਾ ਦੇ ਉਸਨੂੰ। ਆ ਘੁੰਗਰੂ ਨਹੀਂ ਪਾਉਂਦਾ, ਮੈਂ ਕੀ ਕਰਾਂ? ਓਏ ਅੱਲਾ, ਮੇਰੀ ਤੋਬਾ, ਮੇਰੀ ਦੁਆਈ ਆ ਮੇਰੇ ਰੱਬਾ। ਤੂੰ ਸੇਠਾ ਮੇਰੇ ਲਈ ਦੁਆ ਕਰੀ, ਅੱਜ ਮੈਂ ਕੋਈ ਦੁਆ ਨਹੀਂ ਮੰਗਾਂਗੀ। ਕਹਿੰਦੇ ਨੇ ਮਾਵਾਂ ਤਾਂ ਦੁਆਵਾਂ ਤੋਂ ਵੱਡੀਆਂ ਹੁੰਦੀਆਂ ਨੇ। ਉੱਚੀ ਉੱਚੀ ਕਹਿ ਕੇ ਮੀਰਾ ਉਸਨੂੰ ਚਿੰਬੜ ਕੇ ਰੋਣ ਲੱਗੀ। ਮੰਗਤ ਰਾਮ ਵੀ ਅੱਖਾਂ ਭਰ ਆਇਆ। ਉਸਨੂੰ ਕਲਾਵੇਂ ਵਿੱਚ ਭਰ ਕੇ ਗੋਰੀ ਕੋਠੀ ਛੱਡਣ ਆਇਆ। ਕੋੜੇਮਲ ਨੂੰ ਕਹਿਣ ਲੱਗਿਆ, ਉਸਤਾਦ ਜੀ, ਮੀਰਾ ਨੂੰ ਫੌਰਨ ਡਾਕਟਰੀ ਸਹਾਇਤਾ ਦੀ ਲੋੜ ਹੈ। ਇਹ ਗਹਿਰੇ ਸਦਮੇ ਵਿੱਚ ਹੈ। ਮੈਂ ਸਾਰਾ ਖਰਚਾ ਚੁੱਕਣ ਨੂੰ ਤਿਆਰ ਹਾਂ। ਤੁਸੀਂ ਕਿਸੇ ਕਿਸਮ ਦੀ ਪਰਵਾਹ ਨਾ ਕਰਨਾ, ਪਰ ਇਹ ਗੱਲ ਬਸ ਆਪਦੇ ਤਾਈਂ ਹੀ ਰੱਖਿਓ। ਜੀ ਸੇਠ ਜੀ, ਸਾਟੀ ਬੜੀ ਡਾਢੀ ਹੈ, ਸਮੇਂ ਨਾਲ ਹੀ ਤਾਬ ਆਊ। ਕੋੜੇਮਲ ਗੱਲ ਨੂੰ ਸਰਸਰੀ ਲੈਂਦਾ ਬੋਲਿਆ, ਨਹੀਂ ਉਸਤਾਦ ਜੀ, ਸਮੇਂ ਨੂੰ ਉਡੀਕਦਿਆਂ ਤਾਂ ਅਨਰਥ ਹੋ ਜਾਏਗਾ। ਰੱਬ ਦੇ ਵਾਸਤੇ ਤੁਸੀਂ ਛੇਤੀ ਇਲਾਜ ਕਰਾਓ। ਜੇਬ ਵਿੱਚ ਪਏ ਪੈਸੇ ਉਸਤਾਦ ਕੋੜੇਮਲ ਦੇ ਹੱਥ 'ਤੇ ਧਰਦਾ ਮੰਗਤ ਰਾਮ ਬੋਲਿਆ। ਡਾਕਟਰ ਦੇ ਮੁਤਾਬਿਕ ਮੀਰਾ ਭਾਰੀ ਸਦਮੇ ਨਾਲ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਸੀ। ਦਵਾਈਆਂ ਅਤੇ ਆਰਾਮ ਦੀ ਸਖਤ ਲੋੜ ਹੈ। ਬਾਕੀ ਇਹੋ ਜਿਹਾ ਮਰੀਜ਼ ਹਰ ਵਕਤ ਪਹਿਰਾ ਹੀ ਭਾਲਦਾ ਹੈ। ਮਾਨਸਿਕ ਸਥਿਤੀ ਕਿਸੇ ਸਮੇਂ ਵੀ ਵਿਗੜ ਸਕਦੀ ਹੈ ਤੇ ਮਰੀਜ਼ ਕੋਈ ਜੋਖਿਮ ਭਰਿਆ ਕੰਮ ਵੀ ਕਰ ਸਕਦਾ ਹੈ। ਡਾਕਟਰ ਨੇ ਸਾਰੀ ਸਥਿਤੀ ਸਾਫ਼ ਲਫ਼ਜ਼ਾਂ ਵਿੱਚ ਸਪਸ਼ਟ ਕਰਦਿਆਂ ਕਿਹਾ। ਮੰਗਤ ਰਾਮ ਚੜ੍ਹਦੇ ਮਹੀਨੇ ਹੀ ਦਵਾਈ ਬੂਟੀ ਦਾ ਸਾਰਾ ਖਰਚਾ ਗੋਰੀ ਕੋਠੀ ਆ ਕੇ ਫੜਾ ਜਾਂਦਾ। ਮੀਰਾ ਨਸ਼ੇ ਦੀਆਂ ਦਵਾਈਆਂ ਮਾਰ ਆਰਾਮ ਨਾਲ ਸੁੱਤੀ ਰਹਿੰਦੀ। ਖਾਣ ਪੀਣ ਵੀ ਘਟ ਗਿਆ ਸੀ। ਵਾਹ ਲੱਗਦੀ ਹੁਣ ਉਸਨੂੰ ਕੋਈ ਸੌਣ ਉੱਠਣ ਖਾਣ ਪੀਣ ਲਈ ਪਰੇਸ਼ਾਨ ਨਾ ਕਰਦਾ। ਗੋਰੀ ਕੋਠੀ ਦਾ ਸਾਰਾ ਜੁੰਮਾ ਜੁਗਨੂ ਦੇ ਹੱਥ ਆ ਗਿਆ।
ਫਾਰਮ ਦੇ ਡੰਗਰ ਪਸ਼ੂ ਤਾਂ ਹੌਲੀ-ਹੌਲੀ ਪਹਿਲਾਂ ਹੀ ਕੱਟ ਕਰ ਦਿੱਤੇ ਸਨ ਅਤੇ ਰਹਿੰਦੀ ਖੁੰਦੀ ਜ਼ਿੰਮੇਵਾਰੀ ਤੋਂ ਵੀ ਜੁਗਨੂ ਫਾਰਗ ਹੋ ਗਿਆ। ਮੱਝਾਂ ਗਾਈਆਂ ਵੇਚ ਵੱਟ ਕੇ ਉਸਨੇ ਫਾਰਮ ਤੇ ਡੰਗਰਾਂ ਦਾ ਕੰਮ ਵੀ ਖਤਮ ਕਰ ਦਿੱਤਾ। ਮੀਰਾ ਦੀ ਹੋਂਦ ਤਾਂ ਹੁਣ ਕੋਠੀ ਵਿੱਚ ਹੋਇਆਂ ਨਾ ਹੋਇਆਂ ਵਰਗੀ ਹੀ ਸੀ।